ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਟੋਡੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 713 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਐਸੇ ਜੀਵਨ ਦੀ ਜੁਗਤ ਬਖਸ਼ਿਸ਼ ਕੀਤੀ ਹੈ, ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਜਿਸ ਜੀਵਨ ਜੁਗਤ ਨੂੰ ਅਪਣਾ ਕੇ ਸਾਡੇ ਜੀਵਨ ਵਿੱਚ ਆਤਮਿਕ ਖੇੜਾ ਔਰ ਆਤਮਿਕ ਆਨੰਦ ਆ ਸਕਦਾ ਹੈ। ਸਾਨੂੰ ਸदैवी ਸੁੱਖ ਮਿਲ ਸਕਦੇ ਨੇ ਔਰ ਮਨੁੱਖ ਮਾਤਰ ਦੇ ਦੁੱਖਾਂ ਦਾ ਵਿਨਾਸ਼ ਹੋ ਸਕਦਾ ਹੈ। ਐਸਾ ਕਿਵੇਂ ਹੋਏਗਾ? ਗੁਰਦੇਵ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾਇਆ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾ ਬਚਨ ਕਰਦੇ ਹਨ, ਰਸਨਾ ਗੁਣ ਗੋਪਾਲ ਨਿਧ ਗਾਇਣ। ਗਾਇਣ ਦਾ ਮਤਲਬ ਗਾਉਣੇ ਚਾਹੀਦੇ ਨੇ। ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਗੁਣ ਨਿਧ ਗੁਣਾਂ ਦਾ ਖਜ਼ਾਨਾ, ਰਸਨਾ ਤੋਂ ਭਾਵ ਜ਼ਬਾਨ। ਸਾਰੇ ਸੁੱਖਾਂ ਦੇ ਖਜ਼ਾਨੇ ਗੋਪਾਲ ਪ੍ਰਭੂ ਦੇ ਗੁਣ ਜੀਭ ਦੇ ਨਾਲ ਗਾਣੇ ਚਾਹੀਦੇ ਨੇ। ਭਾਵ ਜ਼ਬਾਨ ਦੇ ਨਾਲ ਰੱਬੀ ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ। ਸਾਡੇ ਸੁੱਖ ਦੁੱਖ ਸਫਲਤਾ ਅਸਫਲਤਾ ਸਾਡੀ ਜ਼ਬਾਨ ਤੋਂ ਹੀ ਆਰੰਭ ਹੁੰਦੀ ਹੈ, ਕਿਉਂਕਿ ਜੋ ਮਨ ਦੇ ਅੰਦਰ ਹੈ ਜ਼ਬਾਨ ਰਾਹੀਂ ਬੰਦਾ ਉਹ ਬੋਲੇਗਾ, ਤੇ ਜੋ ਕੁਝ ਉਹ ਜ਼ਬਾਨ ਦੇ ਨਾਲ ਬੋਲੇਗਾ ਵੈਸਾ ਹੀ ਉਹਦਾ ਦੁਨੀਆ ਦੇ ਅੰਦਰ ਕਿਸੇ ਦੂਜੇ ਤੇ ਪ੍ਰਭਾਵ ਪਵੇਗਾ। ਉਹਦੇ ਚੰਗੇ ਮਾੜੇ ਬੋਲੇ ਹੋਏ ਬੋਲ ਹੀ ਉਹਦੇ ਸੰਬੰਧ ਨੂੰ ਚੰਗਾ ਜਾਂ ਮਾੜਾ ਬਣਾਉਣਗੇ। ਮਨੁੱਖ ਦੇ ਬੋਲਾਂ ਤੋਂ ਹੀ ਮਨੁੱਖ ਦੇ ਸੁਭਾਅ ਦਾ, ਮਨੁੱਖ ਦੀ ਮਾਨਸਿਕਤਾ ਦਾ ਪਤਾ ਲੱਗੇਗਾ ਔਰ ਮਨੁੱਖ ਦੇ ਬੋਲਾਂ ਰਾਹੀਂ ਹੀ ਇਹਦੇ ਸੰਬੰਧ ਮਿੱਠੇ ਜਾਂ ਫਿੱਕੇ ਹੋਣਗੇ। ਇਸ ਲਈ ਸਿਆਣਿਆਂ ਨੇ ਬਹੁਤ ਪਿਆਰ ਦੇ ਨਾਲ ਕਿਹਾ ਹੈ ਕਿ ਜੇ ਧਾਗਾ ਔਰ ਜ਼ਬਾਨ ਹੋਵੇ ਲੰਬੀ ਤੇ ਦੋਵੇਂ ਉਲਝ ਜਾਂਦੇ ਨੇ। ਇਸ ਲਈ ਜੇ ਧਾਗਾ ਲੰਬਾ ਹੈ ਤਾਂ ਉਹਨੂੰ ਲਪੇਟ ਕੇ ਔਰ ਜ਼ਬਾਨ ਨੂੰ ਸਮੇਟ ਕੇ ਰੱਖਣਾ ਚਾਹੀਦਾ ਹੈ, ਜਿਸ ਕਰਕੇ ਇਹ ਉਲਝ ਨਾ ਜਾਏ ਔਰ ਜੀਵਨ ਨੂੰ ਉਲਝਾ ਨਾ ਦੇਵੇ। ਇਸ ਲਈ ਗੁਰਦੇਵ ਪਾਤਸ਼ਾਹ ਨੇ ਸਾਨੂੰ ਪਾਵਨ ਬਾਣੀ ਵਿੱਚ ਬਚਨ ਕਰਕੇ ਸਮਝਾਇਆ ਵੀ ਹੈ, ਤੂਟ ਪਰੀਤ ਗਈ ਬੁਰ ਬੋਲ, ਗੰਢ ਪਰੀਤੀ ਮਿੱਠੇ ਬੋਲ। ਕਿ ਮਾੜੇ ਔਰ ਕੌੜੇ ਬੋਲ ਬੋਲਣ ਦੇ ਨਾਲ ਸਮਾਜ ਵਿੱਚ ਮਨੁੱਖ ਮਾਤਰ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ ਔਰ ਮਿੱਠੇ ਬੋਲ ਬੋਲਣ ਦੇ ਨਾਲ ਸਮਾਜ ਵਿੱਚ ਪ੍ਰੀਤ ਬਣਦੀ ਹੈ ਔਰ ਕੌੜੇ ਬੋਲ ਬੋਲਣ ਦੇ ਨਾਲ ਸਮਾਜ ਦੇ ਅੰਦਰੋਂ ਪ੍ਰੀਤ ਟੁੱਟ ਜਾਂਦੀ ਹੈ। ਤੇ ਜਦੋਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਨਾਲ ਪ੍ਰੀਤ ਟੁੱਟ ਜਾਏ ਕੌੜੇ ਬੋਲ ਬੋਲਣ ਕਰਕੇ, ਤਾਂ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕਦੇ ਸ਼ਾਂਤੀ ਆ ਨਹੀਂ ਸਕਦੀ। ਤੇ ਜਿਸ ਮਨੁੱਖ ਦੇ ਬੋਲ ਮਿੱਠੇ ਔਰ ਪਿਆਰੇ ਨੇ, ਉਹਦੇ ਨਾਲ ਸਮਾਜ ਦੇ ਲੋਕ ਪਿਆਰ ਵੀ ਕਰਦੇ ਨੇ, ਉਹਦਾ ਆਦਰ ਸਤਿਕਾਰ ਵੀ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਦੇ ਮਨ ਦੇ ਅੰਦਰ ਸ਼ਾਂਤੀ ਆਉਂਦੀ ਹੈ। ਦੂਜੀ ਗੱਲ, ਜਦੋਂ ਮਨੁੱਖ ਨੈਗੇਟਿਵ ਬੋਲ ਬੋਲਦਾ ਹੈ ਤਾਂ ਨਕਾਰਾਤਮਕ ਬੋਲ ਕੇ ਇਹਦੇ ਅੰਦਰ ਨਕਾਰਾਤਮਕਤਾ ਚਲੀ ਜਾਂਦੀ ਹੈ ਔਰ ਆਖਿਰ ਇਹ ਮਨੁੱਖ ਵੀ ਨਕਾਰਾਤਮਕ ਹੀ ਹੋ ਜਾਂਦਾ ਹੈ, ਢਹਿੰਦੀ ਕਲਾ ਦੇ ਅੰਦਰ ਚਲਾ ਜਾਂਦਾ ਹੈ। ਤੇ ਨਕਾਰਾਤਮਕ ਬੋਲ ਬੋਲਣ ਵਾਲੇ ਬਹੁਤੇ ਲੋਕ ਹੌਲੇ ਹੌਲੇ ਡਿਪਰੈਸ਼ਨ ਜਾਂ ਚਿੰਤਾ ਰੋਗ ਜਾਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਹੀਨ ਭਾਵਨਾ ਆ ਜਾਂਦੀ ਹੈ। ਸਕਾਰਾਤਮਕ ਔਰ ਚੜ੍ਹਦੀ ਕਲਾ ਵਾਲੇ ਬੋਲ ਬੋਲਣ ਵਾਲੇ ਇਨਸਾਨ
ਦੇ ਅੰਦਰ ਵਿਲ ਪਾਵਰ ਪੈਦਾ ਹੁੰਦੀ ਹੈ, ਉਹ ਕਾਮਯਾਬੀ ਦੇ ਰਾਹਾਂ ਦੇ ਉੱਤੇ ਵੱਧਦਾ ਹੈ। ਸਫਲਤਾਵਾਂ ਐਸੇ ਮਨੁੱਖਾਂ ਦੇ ਪੈਰ ਚੁੰਮਦੀਆਂ ਨੇ। ਤਾਂ ਸਾਨੂੰ ਰਸਨਾ ਦੇ ਨਾਲ ਗੋਪਾਲ ਦੇ ਗੁਣ ਗਾਣੇ ਚਾਹੀਦੇ ਨੇ, ਰਸਨਾ ਦੇ ਨਾਲ ਰੱਬੀ ਗੁਣਾਂ ਦੀ ਗੱਲ ਕਰਨੀ ਚਾਹੀਦੀ ਹੈ। ਰੱਬ ਇੱਕ ਅਟਲ ਸੱਚਾਈ ਹੈ, ਸਾਨੂੰ ਸੱਚਾਈ ਦੀ ਗੱਲ ਕਰਨੀ ਚਾਹੀਦੀ ਹੈ, ਸੱਚ ਬੋਲਣਾ ਚਾਹੀਦਾ ਹੈ। ਨਿਰਭੈਤਾ ਨਿਰਵੈਰਤਾ ਦੇ ਬਚਨ ਕਰਨੇ ਚਾਹੀਦੇ ਹਨ। ਦਇਆ ਔਰ ਇਨਸਾਨੀਅਤ ਪਿਆਰ ਮੁਹੱਬਤ ਵਾਲੇ ਬੋਲ ਬੋਲਣੇ ਚਾਹੀਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਰਸਨਾ ਦੇ ਨਾਲ ਪ੍ਰਭੂ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਮਾਲਕ ਦੇ ਗੁਣ ਗਾ। ਤੇ ਗੁਣ ਗਾਉਂਦਿਆਂ ਕਦੇ ਗੁਣ ਮੁੱਕਦੇ ਨਹੀਂ ਹਨ, ਕਿਉਂਕਿ ਉਹ ਗੁਣਾਂ ਦਾ ਮਹਾਨ ਵੱਡਾ ਖਜ਼ਾਨਾ ਹੈ। ਅਨੰਤ ਅਨੰਤ ਗੁਣ ਉਸ ਮਾਲਕ ਵਿੱਚ ਨੇ। ਜਦੋਂ ਅਸੀਂ ਰੱਬ ਦੇ ਗੁਣ ਗਾਵਾਂਗੇ, ਭਾਵ ਗੁਣਾਂ ਦੀ ਗੱਲ ਕਰਾਂਗੇ, ਗੁਣਾਂ ਦੀ ਗੱਲ ਸੁਣਾਂਗੇ, ਗੁਣਾਂ ਵਾਲੀ ਜ਼ਿੰਦਗੀ ਬਿਤਾਵਾਂਗੇ, ਤਾਂ ਕੀ ਹੋਏਗਾ? ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਇਣ। ਸਹਿਜ ਦਾ ਮਤਲਬ ਆਤਮਕ ਅਡੋਲਤਾ, ਭਲਾਇਣ ਦਾ ਮਤਲਬ ਦੌੜ ਜਾਂਦੇ ਨੇ। ਤਾਂ ਜਦੋਂ ਮਨੁੱਖ ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਰੱਬੀ ਗੁਣ ਗਾਉਂਦਾ ਹੈ, ਤਾਂ ਮਨ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਮਨ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਜੋ ਮਨ ਦੇ ਅੰਦਰ ਕ੍ਰੋਧ ਆਦਿਕ ਅਹੰਕਾਰ ਵਗੈਰਾ ਵਿਕਾਰ ਨੇ, ਉਹਨਾਂ ਦਾ ਵਿਨਾਸ਼ ਹੁੰਦਾ ਹੈ। ਔਰ ਚੰਗੇ ਗੁਣਾਤਮਕ ਬੋਲ ਬੋਲਣ ਦੇ ਨਾਲ ਮਨ ਪਰਮ ਸ਼ਾਂਤੀ ਨੂੰ ਉਪਲਬਧ ਹੋ ਜਾਂਦਾ ਹੈ। ਔਰ ਹਕੀਕਤ ਹੈ, ਕਦੇ ਆਪ ਗੁਣਾਂ ਦੀ ਜਦੋਂ ਗੱਲ ਕਰਦੇ ਹੋ, ਰੱਬ ਦੀ ਗੱਲ ਕਰਦੇ ਹੋ, ਰੱਬ ਦੇ ਸਿਸਟਮ ਦੀ ਗੱਲ ਕਰਦੇ ਹੋ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਕਰਦੇ ਹੋ, ਤਾਂ ਮਨ ਨੂੰ ਕਿਤਨੀ ਸ਼ਾਂਤੀ ਮਿਲਦੀ ਹੈ। ਤਾਂ ਜੇ ਮਨ ਦੀ ਸ਼ਾਂਤੀ ਚਾਹੁੰਦਾ ਹੈ ਪਿਆਰਿਆ, ਤਾਂ ਗੁਣਾਂ ਦੀ ਗੱਲ ਕਰ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਮਨ ਸ਼ਾਂਤ ਹੋਏਗਾ। ਸ਼ਾਂਤ ਸਹਿਜ, ਸਹਿਜ ਦਾ ਮਤਲਬ ਆਤਮਕ ਅਡੋਲਤਾ। ਆਤਮਕ ਅਡੋਲਤਾ ਜਾਂ ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਸਹਿਜ ਦੇ ਅੰਦਰ ਕੌਣ ਮਨੁੱਖ ਹੈ ਜਿਸ ਦੇ ਮਨ ਵਿੱਚ ਵੀ ਸੱਚ, ਬੋਲਾਂ ਵਿੱਚ ਵੀ ਸੱਚ, ਵਿਹਾਰ ਵਿੱਚ ਵੀ ਸੱਚ ਹੈ, ਯਾਨੀ ਜਿਸ ਦੀ ਸੋਚ ਸੱਚੀ ਹੈ, ਉਹ ਬੰਦਾ ਸਹਿਜ ਵਿੱਚ ਹੈ। ਜਿਸ ਦੇ ਮਨ ਵਿੱਚ ਕੁਝ ਹੋਰ, ਜ਼ੁਬਾਨ ਵਿੱਚ ਕੁਝ ਹੋਰ ਔਰ ਵਿਹਾਰ ਦੇ ਅੰਦਰ ਕੁਝ ਹੋਰ ਹੈ, ਉਹ ਬੰਦਾ ਸਹਿਜ ਨਹੀਂ ਹੈ, ਉਹ ਅਸਹਿਜ ਰਹੇਗਾ। ਉਹ ਸਹਿਜ ਕਦੇ ਸਹਿਜ ਵਿੱਚ ਆ ਨਹੀਂ ਸਕਦਾ। ਆਮ ਸਿਆਣੇ ਲੋਕ ਕਹਿੰਦੇ ਨੇ ਕਿ ਸੱਚ ਬੋਲਣ ਦਾ ਇੱਕ ਲਾਭ ਹੈ। ਉਹ ਕੀ ਹੈ ਕਿ ਇਹ ਨਹੀਂ ਸੋਚਣਾ ਪੈਂਦਾ ਕਿ ਮੈਂ ਕਿਸ ਬੰਦੇ ਨੂੰ ਕਿਸ ਸਮੇਂ ਕੀ ਕਿਹਾ ਸੀ। ਜੋ ਝੂਠ ਬੋਲਣ ਵਾਲਾ ਬੰਦਾ ਹੈ, ਉਸ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਕਿਸ ਬੰਦੇ ਅੱਗੇ ਮੈਂ ਕਿਹੜਾ ਝੂਠ ਬੋਲਿਆ ਸੀ, ਕਦੋਂ ਬੋਲਿਆ ਸੀ, ਦੁਬਾਰਾ ਕਿਸ ਨੂੰ ਕੀ ਕਹਿਣਾ ਹੈ। ਇੱਕ ਝੂਠ ਬੋਲਣ ਦੇ ਬਦਲੇ ਉਸ ਨੂੰ ਸੈਂਕੜੇ ਝੂਠ ਬੋਲਣੇ ਪੈਂਦੇ ਨੇ, ਤੇ ਸੈਂਕੜੇ ਝੂਠ ਬੋਲਣ ਦੇ ਬਾਵਜੂਦ ਵੀ ਉਹ ਝੂਠ ਛਿਪਦਾ ਨਹੀਂ, ਫਿਰ ਪ੍ਰਗਟ ਹੋ ਜਾਂਦਾ ਹੈ। ਸੱਚ ਦੀ, ਦਇਆ ਔਰ ਪ੍ਰੇਮ ਦੀ ਗੱਲ ਕਰਨ ਦਾ ਸਾਨੂੰ ਇਹ ਲਾਭ ਹੈ ਕਿ ਸੋਚਣਾ ਨਹੀਂ ਪੈਂਦਾ ਕਦੋਂ ਕੀ ਬੋਲਿਆ ਸੀ, ਕਦੋਂ ਕੀ ਬੋਲਣਾ ਹੈ, ਕਿਉਂਕਿ ਬੰਦਾ ਸਹਿਜ ਦੇ ਅੰਦਰ ਬੋਲਦਾ ਹੈ। ਔਰ ਬੇਨਤੀ ਕਰਾਂ, ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਜੋ ਮਨ ਕਰਕੇ ਰੱਬੀ ਗੁਣਾਂ ਦੇ ਨਾਲ ਜੁੜ ਜਾਂਦੇ ਨੇ ਨਾ, ਜੇਤਾ ਬੋਲਨ ਤੇਤਾ ਗਿਆਨ, ਜੇਤਾ ਪੇਖਨ ਤੇਤਾ ਧਿਆਨ। ਉਹਨਾਂ ਨੂੰ ਕੋਈ ਵੱਖਰਾ ਗਿਆਨ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹ ਜੋ ਕੁਛ ਬੋਲਦੇ ਨੇ ਉਹ ਗਿਆਨਮਈ ਹੁੰਦਾ ਹੈ, ਉਹ ਹਮੇਸ਼ਾ ਸੱਚ ਹੁੰਦਾ ਹੈ। ਔਰ ਜਿੰਨਾ ਵੀ ਉਹ ਇੱਧਰ ਉੱਧਰ ਵੇਖਦੇ ਨੇ, ਉਹਨਾਂ ਦਾ ਵੇਖਣਾ ਵੀ ਧਿਆਨ ਹੀ ਹੁੰਦਾ ਹੈ। ਉਹਨਾਂ ਨੂੰ ਵੱਖਰੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ, ਕਿਉਂਕਿ ਉਹ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਵੇਖਦੇ ਨੇ, ਸਾਰਿਆਂ ਨੂੰ ਰੱਬ ਦਾ ਰੂਪ ਕਰਕੇ ਜਾਣਦੇ ਨੇ। ਚਾਰ ਚੁਫੇਰੇ ਪਸਰੇ ਹੋਏ ਗੋਬਿੰਦ ਨੂੰ ਤੱਕਦੇ ਨੇ, ਔਰ ਉਹਨਾਂ ਨੂੰ ਵੱਖਰਾ ਧਿਆਨ ਲਾਉਣ ਦੀ ਲੋੜ ਨਹੀਂ, ਉਹਨਾਂ ਨੂੰ ਵੱਖਰਾ ਗਿਆਨ ਕਥਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਹਰ ਬਚਨ ਹੀ ਗਿਆਨਮਈ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਦਾ ਹਰ ਬਚਨ ਗਿਆਨਮਈ ਹੈ, ਗੁਰੂ ਪਾਤਸ਼ਾਹ ਦਾ ਹਰ ਬਚਨ ਧਿਆਨਮਈ ਹੈ। ਇਸੇ ਤਰ੍ਹਾਂ ਜੋ ਸੱਚ ਦੇ ਨਾਲ ਜੁੜ ਜਾਂਦਾ ਹੈ,
ਉਹਦਾ ਹਰ ਬੋਲ ਹੀ ਗਿਆਨ ਹੈ, ਉਹਦਾ ਤੱਕਣਾ ਹੀ ਧਿਆਨ ਬਣ ਜਾਂਦਾ ਹੈ, ਕਿਉਂਕਿ ਉਹ ਸਹਿਜ ਦੇ ਅੰਦਰ ਹੈ। ਮਨ ਬਚਨ ਕਰਮ ਦੀ ਇਕਸਾਰਤਾ ਹੈ, ਉਹਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ। ਤੇ ਤੀਜਾ ਹੈ ਰਹੱਸ। ਰਹੱਸ ਦਾ ਮਤਲਬ ਖੁਸ਼ੀ। ਜਦੋਂ ਬੰਦਾ ਰੱਬੀ ਗੁਣਾਂ ਦੀ ਗੱਲ ਕਰਦਾ ਹੈ ਤਾਂ ਫਿਰ ਉਸ ਮਨੁੱਖ ਦੇ ਮਨ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਉਹ ਮਨੁੱਖ ਹਮੇਸ਼ਾ ਖੁਸ਼ ਔਰ ਪ੍ਰਸੰਨ ਹੈ, ਕਿਉਂਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਕਦੋਂ ਪੈਦਾ ਹੁੰਦੇ ਨੇ? ਜਦੋਂ ਅਸੀਂ ਵਿਕਾਰਾਂ ਵਾਲੇ ਬੋਲ ਬੋਲਦੇ ਹਾਂ, ਕੋਈ ਮਾੜਾ ਕਰਮ ਕਰਦੇ ਹਾਂ, ਕੋਈ ਮਾੜੀ ਅੰਦਰ ਸੋਚ ਹੈ, ਤਾਂ ਉਦੋਂ ਡਰ, ਸਹਿਮ, ਚਿੰਤਾ, ਫਿਕਰ, ਦੁੱਖ, ਕਾੜੇ ਅੰਦੇਸ਼ੇ ਪੈਦਾ ਹੁੰਦੇ ਨੇ। ਜਦੋਂ ਸੋਚ ਦੇ ਅੰਦਰ ਕੁਛ ਮਾੜਾ ਹੈ, ਜਦੋਂ ਬੋਲ ਮਾੜੇ ਨੇ, ਤੇ ਜਦੋਂ ਸੋਚ ਵੀ ਚੰਗੀ ਹੈ, ਬੋਲ ਵੀ ਚੰਗੇ ਨੇ, ਵਿਹਾਰ ਵੀ ਚੰਗਾ ਹੈ, ਤਾਂ ਐਸੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਖੁਸ਼ੀ ਹੈ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਪਿਆਰਿਓ, ਸੰਸਾਰ ਦੇ ਪਾਲਣਹਾਰ, ਗੁਣਾਂ ਦੇ ਖਜ਼ਾਨੇ, ਪ੍ਰਭੂ ਪਰਮਾਤਮਾ ਦੇ ਗੁਣ ਗਾਵਿਆਂ ਮਨ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਆਤਮਿਕ ਅਡੋਲਤਾ ਪੈਦਾ ਹੁੰਦੀ ਹੈ, ਮਨ ਦੀ ਖੁਸ਼ੀ ਪੈਦਾ ਹੁੰਦੀ ਹੈ। ਸਗਲੇ ਦੁੱਖ ਪਲਾਇਣ, ਔਰ ਜੀਵਨ ਦੇ ਅੰਦਰ ਜਿੰਨੇ ਵੀ ਦੁੱਖ ਨੇ ਉਹ ਪਲਾਇਨ ਕਰ ਜਾਂਦੇ ਨੇ, ਯਾਨੀ ਉਹ ਦੌੜ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਫਿਰ ਜੀਵਨ ਦੇ ਅੰਦਰ ਕੋਈ ਦੁੱਖ ਨਹੀਂ ਰਹਿੰਦਾ। ਔਰ ਕਿੱਡੀ ਵੱਡੀ ਅਟਲ ਸੱਚਾਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਚਾਰ ਚੁਫੇਰੇ ਸਮਾਜ ਵਿੱਚ ਝਾਤ ਮਾਰ ਕੇ ਵੇਖ ਲਓ, ਚੌਗਿਰਦੇ ਵੇਖ ਲਓ, ਕਿ ਜੋ ਵੀ ਬੰਦਾ ਦੁਖੀ ਹੈ ਜਾਂ ਦੂਜਿਆਂ ਨੂੰ ਦੁਖੀ ਕਰ ਰਿਹਾ ਹੈ, ਉਹ ਔਗਣਾ ਕਰਕੇ ਦੁਖੀ ਹੈ, ਉਹ ਮਾੜੇ ਬੋਲਾਂ ਕਰਕੇ ਦੁਖੀ ਹੈ, ਮਾੜੀ ਸੋਚ ਕਰਕੇ ਦੁਖੀ ਹੈ। ਜਿਨ੍ਹਾਂ ਲੋਕਾਂ ਦੀ ਸੋਚ, ਬੋਲ ਔਰ ਵਿਹਾਰ ਚੰਗਾ ਹੈ, ਉਹ ਆਪ ਵੀ ਸੁਖੀ ਔਰ ਸ਼ਾਂਤ ਨੇ, ਤੇ ਉਹਨਾਂ ਦੇ ਬੋਲ ਦੂਜਿਆਂ ਦੇ ਅੰਦਰ ਵੀ ਸੁਖੀ ਔਰ ਸ਼ਾਂਤੀ ਪੈਦਾ ਕਰ ਰਹੇ ਨੇ, ਸੁਖ ਔਰ ਸ਼ਾਂਤੀ ਪੈਦਾ ਕਰ ਰਹੇ ਨੇ। ਇਸ ਲਈ ਕਿਸੇ ਕਵੀ ਨੇ ਬਹੁਤ ਸੁੰਦਰ ਇੱਕ ਦੋਹਾ ਲਿਖਿਆ ਹੈ, ਸ਼ਾਇਦ ਰਹੀਮ ਜੀ ਦਾ ਦੋਹਾ ਹੈ, ਐਸੀ ਬਾਣੀ ਬੋਲੀ ਹੈ ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ, ਆਪਹੁ ਸ਼ੀਤਲ ਹੋਏ। ਕਿ ਜਦੋਂ ਬੋਲਣਾ ਹੈ ਤਾਂ ਮਨ ਦੇ ਅਹੰਕਾਰ ਨੂੰ ਗਵਾ ਕੇ ਇੰਨੇ ਮਿੱਠੇ ਪਿਆਰੇ ਬੋਲ ਬੋਲ, ਜਿਸ ਕਰਕੇ ਤੇਰੀ ਜ਼ਿੰਦਗੀ ਅੰਦਰ ਵੀ ਸ਼ਾਂਤੀ ਪੈਦਾ ਹੋਵੇ, ਔਰ ਜੋ ਦੂਜਾ ਮਨੁੱਖ ਤੇਰੇ ਬੋਲਾਂ ਨੂੰ ਸੁਣੇ ਉਹਦੇ ਅੰਦਰ ਵੀ ਖੁਸ਼ੀ ਪੈਦਾ ਹੋਵੇ। ਇਸ ਲਈ ਐਸੇ ਬੋਲ ਬੋਲੋ ਜਿਨ੍ਹਾਂ ਦੇ ਨਾਲ ਦੂਜੇ ਮਨੁੱਖ ਨੂੰ ਸੁੱਖ ਵੀ ਮਿਲੇ, ਦੂਜੇ ਮਨੁੱਖ ਦੇ ਅੰਦਰ ਵਿਲ ਪਾਵਰ ਪੈਦਾ ਹੋਵੇ, ਦੂਜੇ ਮਨੁੱਖ ਦੇ ਅੰਦਰ ਪੋਜ਼ਿਟਿਵਿਟੀ ਪੈਦਾ ਹੋਵੇ, ਔਰ ਦੂਜਾ ਮਨੁੱਖ ਆਪਣੀ ਮੰਜ਼ਿਲ ਵਾਲੇ ਪਾਸੇ ਵੱਧ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਤੁਹਾਡੇ ਬੋਲੇ ਹੋਏ ਮਿੱਠੇ ਪਿਆਰੇ ਪੋਜ਼ਿਟਿਵ ਬੋਲ ਕਿਸੇ ਮਨੁੱਖ ਨੂੰ ਡਿਪਰੈਸ਼ਨ ਚੋਂ ਕੱਢ ਸਕਦੇ ਹਨ, ਕਿਸੇ ਮਨੁੱਖ ਨੂੰ ਨੈਗੇਟਿਵਿਟੀ ਵਿੱਚੋਂ ਕੱਢ ਸਕਦੇ ਹਨ, ਔਰ ਕਿਸੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਪੈਦਾ ਕਰ ਸਕਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਏਗਾ? ਜੋ ਮੰਗਹਿ ਸੋਈ ਸੋਈ ਪਾਵੇਂ, ਸੇਵ ਹਰਿ ਕੇ ਚਰਨ ਰਸਾਇਣ। ਰਸਾਇਣ ਦਾ ਮਤਲਬ ਸਾਰੇ ਰਸਾਂ ਦਾ ਸਾਰ, ਸਾਰੇ ਰਸਾਂ ਦਾ ਸਾਰ। ਸੇਵ ਹਰਿ ਕੇ ਚਰਨ, ਹਰੀ ਦੇ ਚਰਨਾਂ ਦੀ ਸੇਵਾ ਕਰਕੇ, ਜੋ ਸਾਰੇ ਰਸਾਂ ਦਾ ਘਰ ਹੈ, ਉਹਦੇ ਚਰਨ ਸੇਵ ਕੇ, ਭਾਵ ਕਿ ਉਹਦੀ ਰਜ਼ਾ ਦੇ ਅੰਦਰ ਤੁਰ ਕੇ, ਉਸ ਮਾਲਕ ਦੇ ਗੁਣ ਗਾ ਕੇ। ਸੇਵ ਹਰਿ ਕੇ ਚਰਨ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਭਾਣੇ ਦੇ ਅੰਦਰ ਤੁਰਨਾ, ਸਿਸਟਮ ਦੇ ਅੰਦਰ ਰਹਿਣਾ, ਮਰਿਆਦਾ ਦੇ ਅੰਦਰ ਰਹਿਣਾ, ਰੱਬੀ ਗੁਣਾਂ ਦੀ ਗੱਲ ਕਰਨੀ। ਤਾਂ ਜੋ ਪ੍ਰਭੂ ਪਰਮਾਤਮਾ ਦੀ ਰਜ਼ਾ ਔਰ ਭਾਣੇ ਵਿੱਚ ਤੁਰਦੇ ਨੇ, ਗੁਰੂ ਜੀ ਕਹਿੰਦੇ ਨੇ ਜੋ ਮੰਗੈ ਸੋਈ ਸੋਈ ਪਾਵੇਂ, ਜੋ ਵੀ ਉਹ ਮੰਗਦੇ ਨੇ ਉਹ ਪਾ ਲੈਂਦੇ ਨੇ। ਤੇ ਉਹਨਾਂ ਦੀ ਮੰਗ ਇੱਕੋ ਹੀ ਹੁੰਦੀ ਹੈ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੇ ਕਿਰਪਾ ਗੁਣਗਾਮ। ਕਿ ਹੇ ਪ੍ਰਭੂ, ਮੈਂ ਤੇਰੇ ਤੋਂ ਤੇਰੇ ਨਾਮ ਦੀ ਦਾਤ, ਤੇਰੇ ਹੁਕਮ ਦੀ ਦਾਤ, ਤੇਰੇ ਗੁਣਾਂ ਦੀ ਦਾਤ ਮੰਗਦਾ ਹਾਂ, ਕਿਉਂਕਿ ਹੋਰ ਕੋਈ ਵੀ ਕਰਮ ਕਾਂਡ ਮੇਰੇ ਆਤਮਿਕ ਜੀਵਨ ਵਿੱਚ ਮੇਰਾ ਸਾਥ ਨਹੀਂ ਦੇ ਸਕਦਾ। ਆਤਮਿਕ ਜੀਵਨ ਦੇ ਅੰਦਰ ਤੇਰਾ ਨਾਮ ਯਾਨੀ ਤੇਰੇ ਗੁਣ, ਤੇਰੀ ਰਜ਼ਾ ਔਰ ਭਾਣਾ ਹੀ ਮੇਰਾ ਸਾਥ ਦੇ ਸਕਦਾ ਹੈ।
तेरी रजा और भाने के अंदर तुर के ही मेरी जिंदगी विच आत्मक जीवन प्रफुल्लित हो सकता है, इंसानियत पैदा हो सकती है, खुशी पैदा हो सकती है। इसलिए मैं तेरे तो तेरे गुणां दी दात मंगदा हाँ। हम भीखक भिखारी तेरे, तू निजपत है दाता, हो दयाल मेरे ते रहमत कर। मैं तेरे दर दा भिखारी हाँ और मैं तेरे दर तो तेरे नाम की दात मंगण आया, तेरे गुणां की दात मंगण वास्ते आया हाँ। तो इस तरह जो बंदा चाहता है ना सुख शांति, वो सुख और शांति मनुख प्राप्त कर लेंदा है। तो इत्थे ही बस नहीं, जन्म मरण दुहूं ते छूटै, भवजल जगत तरायण। जो प्रभु परमात्मा के गुण गाते हैं वो जन्म मरण तो बच जाते हैं, वो पशु बिरतियां तो बच जाते हैं, वो भटकना तो बच जाते हैं और भवजल जगत नूं तर जाते हैं। भाव जो संसार समुंदर है ना विकारां दा भरिया होया है, किड्डियां किड्डियां वड्डियां विकारां दीयां ठिल्लां पै रहीआं ने। जिवें समुंदर ते जाइए वड्डियां लहरां ने, अथाह पानी है ते समुंदर दे विचों तर के पार निकलना किन्ना औखा और इंपॉसिबल है ना, असंभव है। पर जे समुंदर दे अंदर जहाज मिल जाए तो बंदा समुंदर नूं जहाज राही पार करदा है और जहाज राही समुंदर दे अंदर बड़े आनंद दे नाल सफ़र करता है। इह संसार वल भी जदों असीं झात मारदे हां, इत्थे भी लोभ दियां, पापां दियां, विकारां दियां, हंकार दियां वड्डियां लहरां ने ते वो लहरां बाहर नहीं हन। वो लहरां साडे मन विच, साडे मस्तिष्क विच, साडे दिमाग विच, साडी सोच के अंदर ने। क्योंकि काम क्रोध तो मेरे अपने अंदरों प्रगट होना है ना, क्रोध मेरे अंदरों प्रगट हो रहा है, लोभ मेरे अंदरों प्रगट हो रहा है, तो ये लहरां मेरे अपने अंदर ने और इन्हां अंदरलियां लहरां दे विच ही मेरी सुरत गोते खा रही है। ते जो इंसान फिर गुणां दे नाल जुड़ जांदा ना, ਉਹਦੇ अंदर फिर शुभ गुणां दीयां लहरां पैदा ਹੁੰਦੀਆਂ ने, सच दी, संतोख दी, दया दी और धर्म दी। ते मनुख विकारां दीयां लहरां चों पार हो जांदा है। भाव फिर ਉਹਦੇ अंदर अनंत अनंत गुण पैदा हो जांदे ने। ਉਹ इस विकारां दे सागर नूं, हनेरे दे सागर नूं, डर दे सागर नूं, जो भै आदिक का सागर है, दुखों का सागर है, इनू तर जाता है। और जन्म मरण जो पशु वृत्तियां ने, इन्हां तो मनुख बच जाता है। जे मैं रोज़ बेनती कर रहा, मनुख सवेर तो लैके शाम तक किन्नियां जूनां दे सुभाਅ दे अंदर जींदा है। गुरुदेव ने पावन बाणी विच बचन कीता है, गुरमंत्रहीनस्य जो प्राणी, त्रिगंत जन्म प्रष्टणै, कूक रै सूक रै, गर्द बै काकै, सर्प ने तुल खलै। कदे इस सप की तरह फूं फूं करके किसी नूं वड्डण और खाण पैंदा है, कदे ये विकारां दी गंदगी खा रहा है, चुगली और निंदा दे नाल अपने अंदर नूं गंदा कर रहा है। और कदे ये मनुख हंकार करके दूजे नूं नीवां विखा रहा है, दूजे दीयां भावनावां दी कतल कर रहा है, दूजे दा निरादर कर रहा है, किते लोभ करके किसी बेगाने दे हक नूं खाई जांदा है, किसी नूं उजाड़ रहा है, किसी नूं बर्बाद कर रहा है, किसी नूं मौत दे घाट उतार रहा है। गुरु पातशाह जी कहंदे ने इन्हां पशु बिरतियां तो बंदा बच जांदा है जदों मनुख प्रभु परमात्मा दे गुणां नूं गाउंदा है। गुरुदेव ने सानू सुचेत किया है, कहन लगे अवगुण छोड़ गुणा को धावो, कर अवगुण पछताहे जियो। कि है मेरे मन अवगुणा नूं छड्ड दे। जिहड़ी जिंदगी दे अंदर भज दौड़ करना है, वो भज दौड़ गुणा वास्ते कर, किरत कर, लेकिन सच्ची सुच्ची किरत होवे, गुणा वाली भज दौड़ कर। जो तेरा समाजिक व्यवहार है भैणां भरावां दे नाल, ਉਹਦਾ बेस शुभ सोच होवे, ਉਹਦਾ बेस शुभ गुण होण। कारण यह है कि अवगुण करके तैनूं पछताउणा पवेगा, अवगुण करके तैनूं पछताउणा पवेगा। तो जिहड़ा समा एक बार निकल गया
इस समय ने वापस परत के नहीं आना। हज़ारां लखां करोड़ां रुपया भी तू खर्च लवें, बीते हुए एक सैकंड नूं भी तू वापस नहीं लिया सकता, और ना ही इस चलते समय नूं तू रोक सकता है। इसलिए जिहड़ा समा अवगुणां दे अंदर बीत गया, उस समय नूं तू वापस नहीं लिया पाएगा। आने वाले समय के अंदर तेरी जिंदगी के अंदर केवल और केवल पछतावा रह जाएगा। इसलिए आने वाला समा तेरा पछतावे भरिया हुए, तेरा चिंतावां दे नाल भरिया हुए। इसलिए पहला ही सोच, अगों दे जे चेती है तां कायत मिले सजाए। जे बंदा पहलों ही सुचेत रहे तां फिर इनू कदे सजावां ना मिलन, फिर इहदी जिंदगी दे अंदर कदे दुख ना आवे। इसलिए तां गुरुदेव पातशाह ने सानू समझाया है बार बार, दे लम्मी नज़र निहाली है। लम्मी नज़र, दूर दृष्टा बन, अपने हर कर्म का नतीजा वेख कि जो तू कर्म करन वास्ते जा रहा है, ਇਹਦਾ नतीजा की निकलेगा। चाहे वो तेरा व्यापार है, चाहे वो तेरी खेतीबाड़ी है, तेरा कोई धार्मिक कर्म है, तेरा कोई बोल है, जां तेरा परस्पर विहार है, जां तेरी सोच है, हर कर्म करन तो पहला चंगी तरह सोच ਇਹਦਾ रिजल्ट की निकलेगा। जैसी मैं जिंदगी जी रहा, आने वाले समय के अंदर ਇਹਦਾ की नतीजा होएगा, मेरिया आने वालियां पीढ़ियां नूं ਇਹਦਾ की नतीजा भुगतना पवेगा। पहला हर कर्म बारे चंगी तरह सोच, ते जे किसी कर्म के अंदर तेरा नुकसान हुंदा है, वो कर्म ना कर। जे तेरा कोई काम कीतिया दूजे का नुकसान हुंदा है, वो कर्म भी ना कर। वो काम कर जिस दे नाल तेरा भी लाभ होवे और समाज और संसार नूं भी कोई लाभ और फायदा हो सके। जे तेरा अपना लाभ हुंदा है, किसी दूजे का नुकसान हुंदा है, तो कर्म ठीक नहीं है। ऐसे कर्म कर जिन्हां नाल तैनूं भी लाभ मिले, संसार नूं भी लाभ मिले, तैनूं भी सुख मिले, दूजियां नूं भी सुख मिले। इसलिए अपने हर कर्म का नतीजा विचार। ते गुरुदेव पातशाह ने बचन किया है, मनुखा तू एक मनुख है, दूजे प्राणियों के नालों तू श्रेष्ठ है, क्योंकि रब ने तैनू दिमाग दिता है, तैनू सोच दी है। तू अपने दिमाग के नाल सोच सकता है, अपने कर्म का नतीजा चंगे बोल बोल सकता है, अपन भावनावां नूं प्रगट कर सकता है। तां ही दूजियां जूनां नालों तू चंगा है, तां ही तैनू सरदार कहा है ना दूजियां जूनां दा। ते जे तू ही ना सोचे तो फिर तेरे विच और पशुओं के अंदर फर्क तो ना होया, फिर तो तैनू पशुओं के नालों भी माड़ा कहना पवेगा। तेरे नालों फिर पशु चंगे ने। पशु मिले चंगियाइयां, खड़ खावे अमृत देहें, नाम भी होने आदमी, त्रिक जीवन कर्म करें। देख पशु तूड़ी खा के, घास फूस खा के अमृत वर्गा दुध दिंदे ने, अमृत वर्गा दुध दिंदे ने। ते तेरे कोल छकन छकान वास्ते 36 किस्म के भोजन ने, अनेकों किस्म का अन्न है, फल ने, फुल ने, किन्नियां तू सुख सहूलतां मान रहे हैं। तो इन्नियां सुख सहूलतां मानदा होया भी जे तू चंगे कर्म ना करें, फिर अफसोस वाली गल है ना, फिर दुख वाली गल है। इसलिए तैनू रब ने दिमाग दिता है, सोच दी है, इसलिए इस दिमाग तो काम लै, इस दिमाग नू वरत और ये सोच अपने तो सवाल पुछ कि मैं इस दुनिया ते क्यों हाँ, मेरे जीन का मकसद की है, मैं समाज और संसार की झोली के अंदर की पा रहा हाँ। गुरुदेव ने बचन किया कि भलिया तू आत्मिक जिंदगी जी, जिस जल निध कारण तुम जग आए, सो अमृत गुर पाही जियो। तैनू आत्मिक जीवन चाहिए, तैनू खुशियां चाहिए ने। वो आत्मिक जीवन देन वाला रास्ता, आत्मिक जीवन देन वाला नाम जल, आत्मिक जीवन देन वाला वे ऑफ लाइफ गुरु दे कोल है। गुरु दे चरनां विच आए, गुरु की पावन बाणी मुताबिक जिंदगी जीवें, तो तेरे जीवन के अंदर आत्मिक सुख पैदा हो जाए। ਉਹਦੇ वास्ते एक काम जरूरी है, छोड़ो वेश पेख चतुराई,
ਦੁਬਿਧਾ ਇਹ ਫਲ ਨਾਹੀਂ ਜੀਓ। ਕੇਵਲ ਧਾਰਮਿਕ ਭੇਸ਼ ਧਾਰਨ ਕਰਨ ਦੇ ਨਾਲ ਕੁਛ ਨਹੀਂ ਹੋਏਗਾ ਕਿ ਤੂੰ ਧਾਰਮਿਕ ਪਹਿਨਾਵੇ ਪਹਿਨੇ, ਧਾਰਮਿਕ ਕੱਪੜੇ ਪਾ ਲਵੇਂ, ਚਿੱਟੇ ਪਾ ਲੈ, ਪੀਲੇ ਪਾ ਲੈ, ਭੇਖ ਧਾਰਨ ਕਰ ਲਵੇਂ, ਲੇਕਿਨ ਤੇਰੀ ਜ਼ਿੰਦਗੀ ਦੇ ਵਿੱਚ, ਤੇਰੇ ਬੋਲਾਂ ਵਿੱਚ, ਤੇਰੇ ਵਿਹਾਰ ਦੇ ਅੰਦਰ ਧਰਮ ਹੋਵੇ ਹੀ ਨਾ। ਇਹੋ ਜਿਹੇ ਵੇਸ਼ ਧਾਰਨ ਕਰਕੇ ਚਤੁਰਾਈਆਂ ਕਰਨੀਆਂ, ਠੱਗੀਆਂ ਮਾਰਨੀਆਂ, ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕਰਨਾ, ਐਸੀਆਂ ਚਤੁਰਾਈਆਂ ਦੇ ਨਾਲ ਕਦੇ ਵੀ ਸੁੱਖ ਦਾ ਫਲ ਨਹੀਂ ਮਿਲਦਾ। ਇਸ ਲਈ ਛੋਟੋ ਵੇਸ਼ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀਂ ਜੀਓ। ਦੁਬਿਧਾ ਵਾਲੇ ਜੀਵਨ ਦੇ ਅੰਦਰ ਐਸਾ ਸੁੱਖਾਂ ਦਾ ਫਲ ਨਹੀਂ ਮਿਲਦਾ। ਦੁਬਿਧਾ ਦਾ ਮਤਲਬ ਦੋ ਵਿਦਾ, ਅੰਦਰੋਂ ਹੋਰ ਬਾਹਰੋਂ ਹੋਰ, ਆਪਣੇ ਨਾਲ ਵਿਹਾਰ ਹੋਰ, ਦੂਜੇ ਵਾਸਤੇ ਵਿਹਾਰ ਹੋਰ। ਤਾਂ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ। ਪਰਾਇਣ ਦਾ ਮਤਲਬ ਆਸਰੇ। ਖੋਜਦਿਆਂ ਖੋਜਦਿਆਂ ਇਹ ਤੱਤ ਕੱਢਿਆ ਗਿਆ ਹੈ, ਰੱਬ ਦੇ ਪਿਆਰਿਆਂ ਨੇ ਇਹ ਤੱਤ ਕੱਢਿਆ, ਨਤੀਜਾ ਕੱਢਿਆ ਕਿ ਰੱਬੀ ਗੁਣਾਂ ਦੇ ਨਾਲ ਜੀਵਿਆਂ ਹੀ ਸੁੱਖ ਮਿਲ ਸਕਦਾ ਹੈ। ਇਸ ਲਈ ਦਾਸ ਗੋਵਿੰਦ ਪਰਾਇਣ, ਜੋ ਰੱਬ ਦੇ ਪਿਆਰੇ ਨੇ, ਉਹ ਰੱਬ ਦੇ ਆਸਰੇ ਜੀਂਦੇ ਨੇ, ਉਹ ਰੱਬ ਦੀ ਰਜ਼ਾ ਵਿੱਚ ਜੀਂਦੇ ਨੇ। ਜੋ ਲਾਅ ਆਫ ਨੇਚਰ ਹੈ, ਕੁਦਰਤ ਦੇ ਜੋ ਨੇਮ ਨੇ, ਉਹਨਾਂ ਤੋਂ ਵਿਰੋਧ ਵਿੱਚ ਉਹ ਕੋਈ ਕਰਮ ਨਹੀਂ ਕਰਦੇ। ਉਹ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਇਹ ਉਹਨਾਂ ਨੇ ਤੱਤ ਕੱਢਿਆ ਹੈ ਔਰ ਉਹ ਰੱਬ ਦੇ ਆਸਰੇ ਹੋ ਗਏ ਨੇ। ਭਾਵ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਉਹਨਾਂ ਨੇ ਆਧਾਰ ਬਣਾ ਲਿਆ ਹੈ। ਰੱਬ ਦੇ ਗੁਣ ਹੀ ਉਹਨਾਂ ਦੀ ਜ਼ਿੰਦਗੀ ਦਾ ਬੇਸ ਨੇ। ਰੱਬ ਦੀ ਰਜ਼ਾ ਹੀ ਉਹਨਾਂ ਦੇ ਜੀਵਨ ਦਾ ਬੇਸ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹੀ ਗੱਲ ਚੰਗੀ ਹੈ ਸਾਡੇ ਵਾਸਤੇ, ਉਹ ਗੱਲ ਹੀ ਸਾਡੇ ਵਾਸਤੇ ਭਲੀ ਹੈ ਜੋ ਰੱਬ ਨੂੰ ਭਾਉਂਦੀ ਹੈ, ਯਾਨੀ ਜੋ ਰੱਬ ਦੀ ਰਜ਼ਾ ਵਿੱਚ ਹੈ, ਜੋ ਕਰਮ ਰੱਬ ਦੇ ਭਾਣੇ ਵਿੱਚ ਹੈ, ਜੋ ਰੱਬ ਦੇ ਬਣਾਏ ਕੁਦਰਤ ਦੇ ਨੇਮਾਂ ਦੇ ਵਿੱਚ ਕਰਮ ਹੈ, ਉਹੀ ਸਾਡੇ ਵਾਸਤੇ ਭਲਾ ਹੈ, ਉਹੀ ਸਾਡੇ ਵਾਸਤੇ ਚੰਗਾ ਹੈ। ਇਸ ਲਈ ਰੱਬ ਦੇ ਦਾਸ ਰੱਬ ਦੇ ਆਸਰੇ ਹੋ ਗਏ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਹਨਾਂ ਨੇ ਸੱਚੇ ਨਾਮ ਨੂੰ, ਸੱਚੀ ਰਜ਼ਾ ਨੂੰ, ਸੱਚੇ ਭਾਣੇ ਨੂੰ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਤੇ ਰੱਬੀ ਗੁਣਾਂ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੇ ਸਾਡੀਆਂ ਸਾਰੀਆਂ ਭੁੱਖਾਂ ਹੀ ਗਵਾ ਦਿੱਤੀਆਂ ਨੇ। ਮਨ ਦੀ ਅਸ਼ਾਂਤੀ ਹੀ ਮੁੱਕ ਗਈ ਹੈ। ਹੁਣ ਕੇਵਲ ਮਨ ਪਰਮ ਸ਼ਾਂਤੀ ਨੂੰ ਉਪਲਬਧ ਹੋ ਗਿਆ ਹੈ। ਅਖੀਰਲੇ ਬਚਨ ਕਰਕੇ ਸਾਨੂੰ ਸਮਝਾ ਰਹੇ ਨੇ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੇਮ ਦਾ ਮਤਲਬ ਸੁੱਖ, ਅਬਿਨਾਸ਼ੀ ਦਾ ਮਤਲਬ ਜਿਹਦਾ ਕਦੇ ਵਿਨਾਸ਼ ਨਹੀਂ ਹੋਣਾ। ਅਬਿਨਾਸ਼ੀ ਖੇਮ ਦਾ ਮਤਲਬ ਸदैवी ਸੁੱਖ। ਕੀ ਹੈ ਮਨੁੱਖ, ਜੇ ਤੂੰ ਕਦੇ ਨਾਸ ਨਾ ਹੋਣ ਵਾਲਾ ਸੁੱਖ ਚਾਹੁੰਦਾ, ਜੇ ਸੁੱਖ ਦਾ ਕਦੇ ਵਿਨਾਸ਼ ਨਹੀਂ ਹੋਣਾ, ਸਦਾ ਸਿਮਰ ਨਾਰਾਇਣ। ਨਾਰਾਇਣ ਦਾ ਮਤਲਬ ਰੱਬ, ਅਕਾਲ ਪੁਰਖ, ਸਰਬ ਵਿਆਪੀ ਪ੍ਰਭੂ। ਇਸ ਲਈ ਸਰਬ ਵਿਆਪੀ ਰੱਬ ਨੂੰ ਯਾਦ ਰੱਖ। ਇਸ ਚੀਜ਼ ਨੂੰ ਆਪਣੇ ਦਿਮਾਗ ਵਿੱਚ ਬਿਠਾ ਲੈ, ਮਨ ਵਿੱਚ ਬਿਠਾ ਲੈ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ। ਹਰ ਇਨਸਾਨ ਰੱਬ ਦੀ